रॉकी तू? हाँ मैं। वो तो मैं देख लिया, बट व्हाट इज दिस? रिश्ता लग जू पता। तू इधर आ, मेरी गल सुन। हाँ हुन दस, की बदतमीजी है? बदतमीजी मैं कर रहा कि तू? मैं की किता है? व्हाट? ਉਹ ਤੂੰ ਸਮਝਦਾ ਕਿਉਂ ਨਹੀਂ ਪਿਆ ਮਲਹਾਰ? ਤੂੰ ਇਦਾਂ ਉਸ ਕੁੜੀ ਦੇ ਮੂੰਹ ਵਿੱਚ ਚਮਚਾ ਪਾ ਰਿਹਾ ਸੀ ਤੇ ਬਦਤਮੀਜ਼ੀ ਮੈਂ ਕਰ ਰਿਹਾ? So what? What's wrong in it? ਉਹ ਤੂੰ ਸਮਝਦਾ ਕਿਉਂ ਨਹੀਂ ਮਲਹਾਰ? ਮਹਿਰਾ ਹਾਊਸ ਵਿੱਚ ਤੇਰੇ ਤੇ ਸਿਮੋਨ ਦੇ ਵਿਆਹ ਦੀਆਂ ਗੱਲਾਂ ਹੋ ਰਹੀਆਂ ਨੇ। ਤੂੰ Stop it, Rocky. तेरा इस मामले विच बोलने का ना कोई मतलब नहीं बनता। None of your business. ਮੇਰਾ ਬਿਜ਼ਨਸ ਕਿਉਂ ਨਹੀਂ? ਤੂੰ ਹਜੇ ਬਾਹਰੋਂ ਆਇਆ ਤੇ ਤੈਨੂੰ ਪਤਾ ਵੀ ਨਹੀਂ ਤੂੰ ਕੀ ਕਰ ਰਿਹਾ। तो की हो गया जब मैं बाहरों आया? मैं भी ऐसे मेहरा हाउस विच गया। ਰਹਿੰਦਾ ਰਿਹਾ ਪਰ ਤੂੰ ਮਹਿਰਾ ਹਾਊਸ ਨੂੰ ਕਦੇ ਆਪਣਾ ਘਰ ਸਮਝਿਆ ਹੀ ਨਹੀਂ। की? मैं कदी इस मेहरा हाउस ਨੂੰ अपना घर नहीं समझा? की मतलब है दा? मतलब यही कि जे तू मेहरा हाउस ਨੂੰ ਆਪਣਾ ਘਰ ਸਮਝਿਆ ਹੁੰਦਾ ਤਾਂ ਮੇਰਾ ਹਾਊਸ ਦੀ ਇੱਜ਼ਤ ਦਾ ਤੈਨੂੰ ਖਿਆਲ ਹੁੰਦਾ, ਮੇਰਾ ਹਾਊਸ ਦੇ ਅਸੂਲ ਯਾਦ ਹੁੰਦੇ ਤੇ ਤੂੰ ਇਦਾਂ ਕਦੇ ਵੀ ਮੇਰਾ ਹਾਊਸ ਦੀ ਇੱਜ਼ਤ ਨਾਲ ਨਾ ਖੇਡਦਾ। What's wrong in it? Just because I was feeding a girl? ਉਹਨੇ ਤਾਂ ਕੁਝ ਖਾਦਾ ਵੀ ਨਹੀਂ ਮੇਰੇ ਹੱਥੋਂ। ਉਹਨੇ ਕੁਝ ਖਾਦਾ ਜਾਂ ਨਹੀਂ ਖਾਦਾ ਪਰ ਤੂੰ ਇੱਕ ਗੱਲ ਸੋਚ ਲੈ ਮਿੱਤਰਾ, ਜੇ ਤੇਰੀ ਕਹਾਣੀ ਸਾਰੀ ਮੈਂ ਤਾਇਆ ਜੀ ਨੂੰ ਦੱਸਤੀ ਨਾ ਤਾਂ ਉਹਨਾਂ ਨੇ ਤੈਨੂੰ ਜ਼ਰੂਰ ਕੱਚੇ ਨੂੰ ਖਾ ਜਾਣਾ। ਰੌਕੀ ਤੂੰ ਇਹ ਕੱਲ ਪਾਪਾ ਜੀ ਨੂੰ ਦੱਸੇਗਾ? ਨਹੀਂ ਜਾਵਾਂਗਾ। ਜੇ ਉਹ ਮੇਰੇ ਤਾਇਆ ਜੀ ਨੇ ਤਾਂ ਤੂੰ ਵੀ ਮੇਰਾ ਭਰਾ ਹੀ ਹੈ ਨਾ। ਬਸ ਮੈਂ ਵੀ ਤੇਰੇ ਅੱਗੇ ਹੱਥ ਜੋੜਦਾ ਕਿ ਤੂੰ ਮੇਰਾ ਹਾਊਸ ਵਿੱਚ ਇਦਾਂ ਦੇ ਕੰਮ ਨਾ ਕਰਿਆ ਕਰ, ਇਹੀ ਤੇਰੇ ਲਈ ਚੰਗਾ ਹੈ। ਪਰ ਰੌਕੀ ਆਹ ਬੱਟ-ਬੁੱਟ ਛੱਡ ਤੇ ਮੇਰੀ ਗੱਲ ਮੰਨ। ਮੈਂ ਨਹੀਂ ਚਾਹੁੰਦਾ ਕਿ ਮੇਰਾ ਹਾਊਸ ਦਾ ਤਾਪਮਾਨ ਵਧੇ, ਤੂੰ ਬਸ ਟਕਿਆ ਰਹਿ। ਤੈਨੂੰ ਤਾਂ ਪਤਾ ਹੀ ਹੈ ਮੈਂ ਅੱਜ ਜੋ ਵੀ ਹਾਂ ਮਹਿਰਾ ਪਰਿਵਾਰ ਕਰਕੇ, ਤੇ ਜਿਨ੍ਹਾਂ ਨੇ ਮੈਨੂੰ ਪਾਲ ਪੋਸ ਕੇ ਏਡਾ ਵੱਡਾ ਕੀਤਾ, ਤੇ ਮੈਂ ਨਹੀਂ ਚਾਹੁੰਦਾ ਕਿ ਉਸ ਘਰ ਵਿੱਚ ਉਹਨਾਂ ਦੀ ਕੋਈ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਕਰੇ। ਕੀ ਗੱਲ ਕਰ ਰਹੇ ਨੇ ਸਾਰੇ? ਯੂ ਹੈਵ ਫਾਲਨ ਸੋ ਲੋ। ਇੱਥੇ ਆ ਕੇ ਡਿੱਗਿਆ ਤੂੰ। ਹੁਣ ਇਹਦੇ ਵਿੱਚ ਮੇਰੇ ਸਟੈਂਡਰਡ ਦੀ ਗੱਲ ਕਿੱਥੋਂ ਆ ਗਈ? ਉਹ ਤੂੰ ਸਮਝਦਾ ਕਿਉਂ ਨਹੀਂ ਮਲਹਾਰ? ਤੈਨੂੰ ਹੋਰ ਕੋਈ ਕੁੜੀ ਨਹੀਂ ਲੱਭੀ? ਪਰ ਇਸ ਕੁੜੀ ਵਿੱਚ ਕੀ ਖਰਾਬੀ ਹੈ? ਉਹ ਸਾਰਾ ਦਿਨ ਸਾਨੂੰ ਖਾਣਾ ਖਵਾ ਰਹੀ ਹੈ ਤੇ ਜੇ ਮੈਂ ਉਹਨੂੰ ਕੁਝ ਖਵਾ ਦਿੱਤਾ ਤੇ ਇਹਦੇ ਵਿੱਚ ਕੀ ਗਲਤ ਹੋ ਗਿਆ? ਹਾਂ, ਪਰ ਆਪਣੇ ਹੱਥਾਂ ਨਾਲ ਉਹਦੇ ਮੂੰਹ 'ਚ ਚਮਚਾ ਪਾਉਣ ਦੀ ਕੀ ਲੋੜ ਸੀ? ਜੇ ਤੇਰਾ ਇੰਨਾ ਹੀ ਦਿਲ ਕਰਦਾ ਸੀ ਸੇਵਾ ਕਰਨ ਨੂੰ ਤਾਂ ਹੁਣ ਥਾਲੀ ਵਿੱਚ ਰੋਟੀ ਪਾ ਕੇ ਦੇ ਦਿੰਦਾ। ਮੂੰਹ 'ਚ ਬਰਫੀ ਪਾਉਣੀ ਤਾਂ ਆਉਂਦੀ ਹੈ ਨਾ ਉਹਨੂੰ। ਤੈਨੂੰ ਪਤਾ ਵੀ ਇਹ ਕੌਣ ਹੈ ਕੁੜੀ? ਨਹੀਂ ਤੂੰ ਦੱਸ ਦੇ ਕੌਣ ਹੈ ਉਹ? ਮੈਂ ਕਿਉਂ ਦੱਸਾਂ? ਉਹ ਆਪ ਹੀ ਦੱਸੂਗੀ। ਚੱਲ ਕੁੜੀਏ ਦੱਸ। ਓਏ ਕਿੱਥੇ ਗਈ ਓਏ? ਕਿੱਥੇ ਚਲੇ ਗਈ? ਰੌਕੀ हाजी ताया जी। ओ यार दूर खड़ा खड़ा हाँ जी बोले जाएंगे या मेरे को आके गल भी करेगा? घरे जगराता रखा तेन पता है ते आप कुछ सलाह मशवरा करना तेरे नाल ते मेरे को आके मिल जाए, ठीक है? ठीक है ताया जी। सुन लेना अगला फंक्शन जगराते दा है, ध्यान ना रही। ऐसा मैं की करन लगा जगराते विच? ਉਹੀ ਜੋ ਤੂੰ ਹੁਣ ਕਰਨ ਲੱਗਿਆ ਸੀ। ਕੱਲ ਜਗਰਾਤੇ ਦਾ ਫੰਕਸ਼ਨ ਸੁੱਖੀ ਸੰਦੀ ਨੇਪਰੇ ਚੜਨ ਦਵੀਂ। ਕੋਈ ਉਦਾਂ ਦੀ ਹਰਕਤ ਨਾ ਕਰੀ, ਨਹੀਂ ਤਾਂ ਮੈਨੂੰ ਤਾਇਆ ਜੀ ਨਾਲ ਗੱਲ ਕਰਨੀ ਪੈਣੀ। ਫੇਰ ਨਾ ਕਹੀਂ ਦੱਸਿਆ ਨਹੀਂ। ਦੱਸਦੀ ਤੇ ਉਹ ਨਹੀਂ ਹੈ ਮੈਨੂੰ ਕੁਝ। I mean, who is that girl? ਜੇ ਮੈਂ ਉਸ ਕੁੜੀ ਨੂੰ ਖਾਣਾ ਖਵਾ ਰਿਹਾ ਸੀ ਤੇ ਮੇਰਾ ਸਟੈਂਡਰਡ ਕਿਵੇਂ ਡਾਊਨ ਹੋ ਸਕਦਾ? ਤੇ ਰੌਕੀ ਪਤਾ ਨਹੀਂ ਕੀ ਬੋਲੀ ਜਾ ਰਿਹਾ ਸੀ ਉਸ ਕੁੜੀ ਬਾਰੇ। ਉਹ ਕੁੜੀ ਤੇ ਇਸ ਘਰ ਵਿੱਚ ਸੇਵਾ ਕਰ ਰਹੀ ਸੀ ਜਿਵੇਂ ਇਸ ਘਰ ਦੀ ਨੂੰਹ ਹੋਵੇ। ਰੌਕੀ ਵੀ ਨਾ ਸਟ੍ਰੇਂਜ, ਪਤਾ ਨਹੀਂ ਕੀ ਬੋਲਦਾ ਰਹਿੰਦਾ। पता नहीं की कुछ बोलते रहते ने साहब जी, हमेशा अंग्रेजी जी बोलते रहते ने। मेरे तो कुछ पल्ले ही नहीं पैंदा। मिसी जी
प्लीज मेरी गल ते यकीन कर, जे फिर भी नहीं किता ना तो मैं दुनिया के सारे रोजेस ऑफ द होल वर्ल्ड थोड़े पैरों च लिया के रख दांगा। ते हर फुल उत्ते मैं अपने हत्थां नाल लिख देंगा that I love you. I love you. मेरे कोई गल ना ही पल्ले पवे तो चंगा है, नहीं तो जिवें जमीन ते रोटी दी थाली डिग्गी सी, की पता कल नूं मेरी जिम्मेवारी तो भटकदे देख के मेरे माँ प्यो भी जमीन ते डिगन। नहीं गीत नहीं, हाले तो मैं भूषण सेठ दे पैसे मोड़ने, अपनी निक्की जी भैन दा ब्याह करना है ते टीटू नूं हजे मैं पढ़ाना है। मैं सुपने नहीं देख सकती। वैसे भी एक आम जेही ढोली दी धी दे कादे सुपने। मल्हार नूं कॉल करा, की पता उन्हें सरप्राइज मेरी कॉल नाल ही मिल जावे। हेलो मिस्टर मल्हार। हाय सिमोन, कोई काम सी? क्यों, मैं बिना काम तो फोन नहीं कर सकती। नहीं कर सकते हो, बट उदों जदों मैं भी बिना काम तो गल करने लई फ्री होवा। अच्छा जी, हुण तुहाडे कोल मेरे लिए टाइम भी नहीं है गल करन नूं। सिमोन, घर दे विच जगराता है ते मैनूं काफ़ी तैयारियां करनियां ते प्लीज़ बाद चों गल करिए। ते फिर मैनूं कदों टाइम मिलेगा मल्हार मेहरा दा? सिमोन, असीं ना कल नूं गल करदे हां। मैं हजे बिजी हां, सॉरी, बाय। जरा जिन्ने भी रोमांटिक नहीं हुंदे, फोन कट दिता, चंगी तरह गल भी नहीं कीती। सिमोन, तू की सोच रही है? मॉम, नहीं कुछ नहीं, दसो। आवेक, वाह मॉम, सो प्रिटी। पर मल्हार ने तो मेरे नाल गल ही नहीं की चंगी तरह। क्यों? की क्या मल्हार ने? ओ बिजी सी, कल जगराता है ना। हाँ, ते जगराते विच तेरी ते मल्हार दी रिंग सेरेमनी भी होएगी। जगराते विच ही मॉम? हाँ, डैड दी गल हुई सी मिस्टर मेहरा नाल। हुण दस किवें दी लगी आ रिंग? बहुत सोहनी है मॉम। आई लव यू मॉम। बस बस पर ऐसा जगराता है ना साहब जी। जो मर्जी हो जावे, पर मेहरा हाउस विच कोई कुड़ी साज बजा के पैसा कमाएगी ये नहीं हो सकता। जो होना सी वो हो चुका है। पर साहब जी, ब्याह तक था। बस गीत बस। बहुत साल पहला इस घर के असूल शकुंतला मेहरा ने तोड़े सी ते मैं कदे नहीं सोचा सी कि उन्हां तो बाद एक कुड़ी होर आएगी ते इस घर के असूलों को तोड़न की कोशिश करेगी। तो इस बार
मैं ये कोशिश सफल नहीं होने देंगा। मैं इस घर के असूल नहीं टुटन देंगा। आ ले शकुंतला मेहरा दे सूट ते गहने मैं आप तेरे को इत्थे लेके आया, रख ले। पर साहब जी मैं की करांगी इन्हां सूट ते गहणियां दा? मैनू नहीं चाहिए। मैं तेन क्या ना ये रख ला सारा कुछ ते देखा जाए मेरा हाउस विचों। पर साहब जी ਵੱਡੇ मैडम जी ने ਵਿਆਹ तक मैंने ढोल बजाने की इजाजत दी है ते ਵਿਆਹ हले बाकी है। हाँ ब्याह कल नूं है। अज मेरा हाउस में जगराता है ते जड़ियां तू ये तैयारियां देखदे पई है ना यह जगराते दियां हो रही ने। ते मैं भी तैयार हां जगराते च ढोल बजाने। नहीं तू जगराते ते ढोल नहीं बजाएंगी। पर क्यों साहब जी? इसलिए कि माता रानी का जगराता बड़ी शुभ घड़ी हुंदी है। मेरा हाउस की बेटी का ब्याह भी बड़ी खुशी वाला मौका मेरा हाउस परिवार लई ते इस खुशी के मौके ते तेरे ढोल की थाप ना तो मैं इस घर विच बर्दाश्त कर सकता ते ना ही मेरी बेटी तान्या। ते जगराते ते ब्याह विच ढोल नहीं बजेगा साहब जी? बचे ना बचे पर मैं ते मेरी बेटी तेरी शक्ल भी इस घर विच देखना नहीं चाहते बस। ते जो चीज मेरी बेटी इस घर विच बर्दाश्त नहीं करती मैं मेरा हाउस विच नहीं रहन दिंदा। तुसी वड्डे लोग हो साहब जी ते तुसी अपने बच्चों की जिद लई किसी भी गरीब की रोजी रोटी ना खेड सकते हो। पर साडे पिंडां च बच्चों की नहीं चलती। वो चलता है जो सही हुंदा है। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੇਰੀ ਕਿਹੜਾ ਇਸ ਘਰ ਵਿੱਚ ਕੋਈ ਚੱਲਦੀ ਆ। ਜਿਹੜੀ ਗੱਲ ਨਹੀਂ ਮੰਨਣ ਵਾਲੀ ਉਹ ਤਾਂ ਨਹੀਂ ਮੰਨਦੀ ਮੈਂ। ਜਿੱਦ ਛੱਡ ਦੇ। ਪਿੰਡੋਂ ਬਾਹਰ ਮੇਲਾ ਲੱਗਿਆ ਜਾਂ ਮੇਲਾ ਵੇਖਿਆ? ਮੈਂ ਨਹੀਂ ਜਾਣਾ ਕੋਈ ਮੇਲਾ ਮੁਲਾ ਵੇਖਣ। ਹੈ ਕਮਲੀ ਪੁੱਤ ਜਿੱਦ ਛੱਡ ਜਾਂ ਮੇਲਾ ਵੇਖਿਆ। ਕਿਵੇਂ ਚਲੀ ਜਾਵਾਂ? ਨਾ ਮੇਰੇ ਕੋਲ ਕੁਛ ਚੱਜ ਦੇ ਕੱਪੜੇ ਆ ਪਾਉਣ ਨੂੰ, ਨਾ ਕੋਈ ਪੈਸਾ ਜਿਹਦੇ ਨਾਲ ਮੈਂ ਮੇਲਾ ਵੇਖਿਆ ਵਾਂ। ਤੁਹਾਨੂੰ ਪਤਾ ਮੇਰੀਆਂ ਸਾਰੀਆਂ ਸਹੇਲੀਆਂ ਨੇ ਨਾ ਨਵੇਂ ਕੱਪੜੇ ਪਾਏ ਹੋਣੇ ਆ ਤੇ ਮੈਂ ਇੰਨਾ ਕੱਪੜਿਆਂ ਵਿੱਚ ਚਲੀ ਜਾਵਾਂ। ਲੈ ਪਿੰਕੀ ਰਾਣੀ ਤੂੰ ਇਦਾਂ ਕਿਉਂ ਜਾਣਾ ਮੇਲੇ ਦੇ ਵਿੱਚ? ਨਵਾਂ ਸੂਟ ਪਾ ਕੇ ਜਾ। अगर तेन होर नवे सूट चाहिए ने एक दे दो मिल जाएंगे पर हुण तो मेरा हाउस विच नहीं रह सकती। चक अपना बोरिया बिस्तर ते निकल जा इस घर विचों। साहब जी ये ढोल देख रहे हो? ਇਹ ਸਾਡੀ ਰੋਜ਼ੀ ਰੋਟੀ ਹੈ ਤੇ ਅਸੀਂ ਰੋਟੀ ਇਹ ਢੋਲ ਵਜਾ ਕੇ ਕਮਾਉਂਦੇ ਹਾਂ। ਕਦੀ ਕਦੀ ਦੋ ਡੰਗ ਦੀ ਵੀ ਜੁੜ ਜਾਂਦੀ ਹੈ ਤੇ ਕਦੀ ਕਦੀ ਇੱਕ ਡੰਗ ਨਾਲ ਸਾਰਨਾ ਪੈਂਦਾ। ਤੁਹਾਡੇ ਅਮੀਰਾਂ ਦੇ ਘਰੇ ਢੋਲ ਵਜਾਉਣ ਵਾਲੇ ਅਸੀਂ ਤੇ ਸਾਡੇ ਘਰ ਤੁਹਾਡੇ ਵਰਗੇ ਅਮੀਰਾਂ ਕੋਲ ਗਹਿਣੇ ਰੱਖੇ ਹੁੰਦੇ ਨੇ। ਪਰ ਫਿਰ ਵੀ ਸਾਨੂੰ ਪੈਸੇ ਢੇਲੇ ਦਾ ਕੋਈ ਲਾਲਚ ਨਹੀਂ ਹੈ। ਇਹਨਾਂ ਹੱਥਾਂ ਨੂੰ ਤਾਂ ਬਸ ਇਹੀ ਲਾਲਚ ਹੈ कि डगे ते तिली ना ढोल दे पुड़े च ओ ताल कड्डा कि सुनन वाले दी रूह नच उठे। ते तुसी इन्हां हत्थां लई इस सूट ते गहने लेके आए हो? क्यों काफी नहीं है सूट ते गहने होर चाहिए ने? तुसी तां बहुत वड्डे दानी निकले साहब जी। मत्थे ते त्यूड़ियां पा के मैनू दान देन आए हो। पर मैं थोड़ा दान नहीं लवांगी। जे दान देना है ਤਾਂ ਮੇਰੇ ਵੱਲੋਂ ਆਪਣੀ ਧੀ ਦੀ ਝੋਲੀ ਚ ਪਾ ਦੇ। जुबान संभाल के ठीक टोली किते ये ना होवे तेरी जुबान चो निकलिया कोई लफज मेरा परिवार की इज्जत कोई सवाल ना खड़ा कर देवे। ਮਹਿਰਾ ਪਰਿਵਾਰ ਜਲੰਧਰ ਦਾ ਵੱਡਾ ਤੇ ਅਮੀਰ ਪਰਿਵਾਰ। ਬੜਾ ਉੱਚਾ ਨਾਮ ਹੈ ਨਾ ਤੁਹਾਡੇ ਪਰਿਵਾਰ ਦਾ, ਬੜੀ ਇੱਜ਼ਤ ਹੈ ਇਲਾਕੇ ਵਿੱਚ। ਪਰ ਤੁਸੀਂ ਇਸ ਪਰਿਵਾਰ ਦੇ ਮੁਖੀਆ ਹੋ ਕੇ ਜਿਹੜਾ ਸਵਾਲ ਮੇਰੇ ਮੂਹਰੇ ਰੱਖਿਆ ਉਹਦਾ ਕੀ? मैं ना तो तेन कोई माड़ी गल कही सी ते ना ही मैं तेरी कोई बेइज्जती की है। ਇਹ ਤਾਂ ਤੁਹਾਨੂੰ ਲੱਗਦਾ ਵੱਡੇ ਸਾਹਿਬ ਜੀ, ਪਰ ਅਸਲ ਵਿੱਚ ਤੁਹਾਨੂੰ ਕਿਸੇ ਕੁੜੀ ਨੂੰ ਇੱਜ਼ਤ ਦੇਣੀ ਆਉਂਦੀ ਨਹੀਂ। ਮੈਂ ਜਦੋਂ ਦੀ ਇਸ ਘਰ ਵਿੱਚ ਆਈ ਹਾਂ ਇਹੀ ਦੇਖ ਰਹੀ ਹਾਂ ਕਿ ਤੁਹਾਡੀ ਨਜ਼ਰ ਵਿੱਚ ਜਨਾਨੀ ਜਾਤ ਦੀ ਕੋਈ ਗਿਣਤੀ ਨਹੀਂ। तू मैनू यह ना सिखा मैनू किस दी इज्जत करनी चाहिए है ते किस दी इज्जत नहीं करनी चाहिए। ਮੈਂ ਤੁਹਾਨੂੰ ਸਿਖਾ ਹੀ ਕੀ ਸਕਦੀ ਹਾਂ ਸਾਹਿਬ ਜੀ। ਤੁਸੀਂ ਤਾਂ ਇੰਨਾ ਕੁਝ ਸਿੱਖੇ ਹੋਏ ਹੋ कि अपनी बुजुर्ग मां नू नाम लेके बुलांदी। जी टोनी
ਮਹਿਰਾ ਹਾਊਸ ਦੇ ਮਸਲੇ ਵਿੱਚ ਦਖਲ ਨਾ ਦੇ। ਤੁਸੀਂ ਮੈਨੂੰ ਨਹੀਂ ਰੋਕ ਸਕਦੇ ਸਾਹਿਬ ਜੀ। ਦਖਲ ਤਾਂ ਮੈਂ ਉਸੇ ਦਿਨ ਦੇ ਦਿੱਤਾ ਸੀ ਜਿਸ ਦਿਨ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਇਸ ਘਰ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਕੋਲੋਂ ਤੁਹਾਡੀ ਬਜ਼ੁਰਗ ਮਾਂ ਦੇ ਪੈਰੀ ਹੱਥ ਲਵਾ ਕੇ ਜਾਊਂਗੀ। ਤੇ ਮੈਂ ਵੀ ਤੈਨੂੰ ਉਸੇ ਦਿਨ ਕਹਿ ਦਿੱਤਾ ਸੀ ਤੇਰਾ ਇਹ ਸੁਪਨਾ ਹੀ ਰਹੇਗਾ, ਕਦੇ ਪੂਰਾ ਨਹੀਂ ਹੋਏਗਾ। ਅਜੇ ਕੱਲ ਨੂੰ ਜਗਰਾਤਾ ਹੈ, ਉਸ ਤੋਂ ਬਾਅਦ ਆਂਚਲਦੀਪ ਦਾ ਵਿਆਹ, ਤੇ ਹਾਲੇ ਸੁਪਨਾ ਪੂਰਾ ਕਰਨ 'ਚ 2 ਦਿਨ ਹੈਗੇ ਆ। ਤੇ ਇਹ 2 ਦਿਨਾਂ ਵਿੱਚ ਮੈਂ ਤੁਹਾਡੇ ਕੋਲੋਂ ਤੁਹਾਡੀ ਬਜ਼ੁਰਗ ਮਾਂ ਦੇ ਪੈਰੀ ਹੱਥ ਲਵਾ ਕੇ ਜਾਵਾਂਗੀ। ਗੀਤ भूषण लाला हाँ पिंकी रानी, इतना उच्चा क्यों बोल दी हो? हौली बोल, मैं कल ला के सुनना तेरी गल। फिर सुन, रब करे तेरी बूथी सड़ जे। वाह पिंकी रानी वाह, एक तो ਤੁਹਾਡੀ ਮਦਦ ਕਰਨ ਵਾਸਤੇ ਆਓ ਤੇ ਫਿਰ ਉਤੋਂ ਤੁਹਾਡੀਆਂ ਇਹ ਗੱਲਾਂ ਵੀ ਇੰਨੀ ਪੱਥਰ ਦਿਲ ਨਾ ਬਣ ਪਿੰਕੀ ਰਾਣੀ, ਥੋੜਾ ਬਹੁਤਾ ਪਿਆਰ ਰੱਖ ਦਿਲ ਦੇ ਵਿੱਚ। बड़ा बेशरम है भूषण लाला तू। ਹੋਰ ਕੀ ਇਲ ਵਾਂਗੂ ਗੰਦੀ ਨਿਗਾਹ ਟਕਾਈ ਬੈਠਾ ਹੈ ਮੇਰੀ ਨਿੱਕੀ ਜਿਹੀ ਬੱਚੀ ਤੇ। ਐਨੀਆਂ ਨੀਚ ਗੱਲਾਂ ਕਰਦੇ ਨੂੰ ਸ਼ਰਮ ਨਹੀਂ ਆਉਂਦੀ ਤੈਨੂੰ? ਜਾ ਲਾਲਾ ਚਲਿਆ ਜਾ, ਨਹੀਂ ਤਾਂ ਮੈਂ ਰੌਲਾ ਪਾ ਦੇਣਾ ਤੇ ਸਾਰੇ ਪਿੰਡ ਨੂੰ ਬੁਲਾ ਦੇਣਾ ਤੇ ਸਾਰੇ ਪਿੰਡ ਦੇ ਸਾਹਮਣੇ ਤੇਰੀ ਮਿੱਟੀ ਪਲੀਤ ਕਰ ਦੇਣੀ ਕਿ ਕਿੰਨੀ ਗੰਦੀ ਨਿਗਾਹ ਰੱਖਦਾ ਮੇਰੀ ਛੋਟੀ ਜਿਹੀ ਬੱਚੀ ਤੇ। ਸੁਧਾ ਰਾਣੀ, ਤੇਰੀ ਇੰਨੀ ਹਿੰਮਤ, ਤੂੰ ਮੈਨੂੰ ਲਾਲਾ ਭੂਸ਼ਣ ਨੂੰ ਧਮਕੀ ਦਿੰਦੀ ਫਿਰਦੀ ਹੈ। ਕੋਈ ਨਾ, ਤੇਰੇ ਇੱਕ ਇੱਕ ਬੋਲ ਦਾ ਹਿਸਾਬ ਕਰੂੰ ਮੈਂ। ਜਦੋਂ ਤੇਰੇ ਸਿਰ ਤੋਂ ਛੱਤ ਲਾ ਦੇਣੀ ਨਾ ਲਾਲਾ ਭੂਸ਼ਣ ਨੇ, ਫਿਰ ਮੇਰੇ ਇਹੀ ਬੋਲ ਤੈਨੂੰ ਖੰਡ ਮਿਸ਼ਰੀ ਵਾਂਗ ਲੱਗਣੇ ਨੇ। ਪਿੰਕੀ ਰਾਣੀ, ਤੂੰ ਇਹਦੀ ਗੱਲਾਂ ਦਿਲ ਤੇ ਨਾ ਲਾਈ। ਕਦੇ ਟਾਈਮ ਕੱਢ ਕੇ ਆ ਮੇਰੇ ਕੋਲ, ਆਪਾਂ ਦੋਨੋਂ ਬਹਿ ਕੇ ਸੁੱਖ ਦੁੱਖ ਦੀਆਂ ਗੱਲਾਂ ਕਰਾਂਗੇ। ਧਿਆਨ ਨਾਲ ਲਾਲਾ, ਜੇ ਮਾਂ ਧੀ ਦੇ ਹੱਥੇ ਚੜ ਗਿਆ ਨਾ ਤਾਂ ਦੁੱਖ ਸੁੱਖ ਕਰਨ ਜੋਗਾ ਵੀ ਨਹੀਂ ਰਹੇਗਾ। ਚੱਲ ਦੂਰ ਹੋ ਜਾ ਮੇਰੀ ਧੀ ਤੋਂ। वाह सुधा रानी वाह, एक दिन गीत ने लाले भूषण ਨੂੰ ਬਲਦੀ ਲੱਕੜ ਦਿਖਾਈ ਤੇ ਕਹਿੰਦੀ ਫੂਕ ਦੂੰਗੀ, ਤੇ ਅੱਜ ਤੂੰ ਲਾਲੇ ਭੂਸ਼ਣ ਨੂੰ ਡਰਾਉਂਦੀ ਫਿਰਦੀ ਹੈ। ਲਾਲਾ ਭੂਸ਼ਣ ਨਹੀਂ ਡਰਦਾ। ਜਵਾਬ ਮਿਲੂ ਤੁਹਾਨੂੰ ਤੁਹਾਡੀ ਹਰਕਤਾਂ ਦਾ। ਸੋਚ, ਕਿੱਥੇ ਰੱਖेंगे ਆਪਣੇ ਬੋਟ ਨੂੰ? ਇਹ ਘਰ ਤਾਂ ਤੇਰੇ ਸਿਰ ਤੋਂ ਲੈ ਗਿਆ ਸਮਝ। ਜਿੰਨੇ ਦਿਨ ਲਿਖੇ ਸੀ ਇੱਥੇ ਰਹਿਣ ਦੇ, ਉਹ ਦਿਨ ਪੂਰੇ ਹੋ ਗਏ ਨੇ, ਸਮਝ। ਚਲੋ, ਪੂਰੇ ਹੋ ਗਏ ਨੇ ਤੇਰੇ ਦਿਨ। ਗੀਤ, ਇਸ ਸ਼ਹਿਰ ਵਿੱਚ ਵੀ, ਇਸ ਮਹਿਰਾ ਹਾਊਸ ਵਿੱਚ ਵੀ ਹੁਣ ਜਿੰਨੀ ਜਲਦੀ ਹੋ ਸਕੇ ਇੱਥੋਂ ਨਿਕਲ ਜਾ ਇਸ ਘਰ ਤੋਂ ਬਾਹਰ। ਬਸ ਇੱਕ ਰਾਤ ਹੋਰ, ਫਿਰ ਮੈਂ ਚਲੇ ਹੀ ਜਾਣਾ ਵੱਡੇ ਸਾਹਿਬ ਜੀ। ਬਸ ਇੱਕ ਵਾਰ ਜਗਰਾਤਾ ਪੂਰਾ ਹੋ ਲੈਣ, ਫਿਰ ਮੈਂ ਆਪੇ ਚਲੀ ਜਾਵਾਂਗੀ। ਮਾਤਾ ਰਾਣੀ ਦੀ ਪੂਜਾ ਕਰਕੇ ਮੈਂ ਚਲੇ ਜਾਣਾ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤੁਹਾਡੇ ਏਡੇ ਵੱਡੇ ਘਰ ਵਿੱਚ ਸਾਡੇ ਛੋਟਿਆਂ ਲਈ ਕੋਈ ਜਗ੍ਹਾ ਨਹੀਂ। ਨਾਲੇ ਮੈਂ ਕਿਹੜਾ ਇੱਥੇ ਪੱਕੇ ਡੇਰੇ ਲਾਉਣ ਆਈ ਹਾਂ। ਮੇਰੇ ਨਾਲ ਜ਼ੁਬਾਨ ਲੜਾਨੀ ਹੈ, ਤੈਨੂੰ ਸ਼ਾਇਦ ਪਤਾ ਨਹੀਂ ਹੈ। ਮੇਰੇ ਨਾਲ ਜ਼ੁਬਾਨ ਲੜਾਉਣ ਵਾਲਾ ਜ਼ਿਆਦਾ ਟਾਈਮ ਨਹੀਂ ਕੱਢਦਾ, ਤੇ ਹੁਣ ਤੂੰ ਵੀ ਨਹੀਂ ਕੱਟੇਂਗੀ। ਗੀਤ ਟੋਲੀ, ਸੁਰਜੀਤ ਟੋਲੀ ਦੀ ਕੁੜੀ ਤੇ ਐਨੀ ਆਕੜ ਨਹੀਂ ਜੀ ਸਾਹਿਬ, ਅਣਖ ਮਾਣ ਮੇਰੇ ਕੋਲ ਹੈ ਵੀ ਕੀ ਹੋਰ। ਤੁਸੀਂ ਤਾਂ ਅਮੀਰ ਹੋ, ਤੁਹਾਡੇ ਕੋਲ ਬਹੁਤ ਪੈਸਾ ਹੈ। ਸਾਡੇ ਗਰੀਬਾਂ ਕੋਲ ਤਾਂ ਸਿਰਫ ਅਣਖ ਹੀ ਹੁੰਦੀ ਹੈ ਨਾ। ਹੁਣ ਮੈਂ ਅਣਖ ਕਿੱਦਾਂ ਛੱਡ ਸਕਦੀ ਹਾਂ ਵੱਡੇ ਸਾਹਿਬ ਜੀ? ਧਿਆਨ ਨਾਲ ਰਹੀ ਗੀਤ, ਕਿਤੇ ਇਹ ਨਾ ਹੋਵੇ ਤੂੰ ਮੈਨੂੰ ਸ਼ਹਿਰ ਵਿੱਚ ਟੱਕਰ ਜਾਵੇਂ ਤੇ ਮੈਨੂੰ ਤੇਰੀ ਅਣਖ ਦੇ ਟੁਕੜੇ ਟੁਕੜੇ ਕਰਕੇ ਦਰਿਆ ਵਿੱਚ ਪਾਣੇ ਪੈ ਜਾਣ। ਕਿਹੜੇ ਦਰਿਆ 'ਚ ਸੁੱਟੋਗੇ ਵੱਡੇ ਸਾਹਿਬ ਜੀ? ਸਾਡੇ ਪੰਜਾਬ ਦਾ ਤਾਂ ਨਾਮ ਹੀ 5 ਪਾਣੀਆਂ ਤੋਂ ਪਿਆ, ਤੇ ਪੰਜਾਬ ਦੇ ਹਰ ਦਰਿਆ ਨੂੰ ਗੁਰੂਆਂ ਪੀਰਾਂ ਦੀ ਛੋਹ ਮਿਲੀ ਹੋਈ ਹੈ। ਫਿਰ ਤੁਹਾਨੂੰ ਇਦਾਂ ਕਿਉਂ ਲੱਗਦਾ ਵੱਡੇ ਸਾਹਿਬ ਜੀ ਕਿ ਉਹਨਾਂ ਦਰਿਆਵਾਂ ਦੇ ਪਾਣੀਆਂ 'ਚ ਮੇਰੀ ਅਣਖ ਡੁੱਬ ਕੇ ਸਾਹ ਛੱਡ ਦੂਗੀ? ਨਹੀਂ ਸਾਹਿਬ ਜੀ ਨਹੀਂ,
ਤੇ ਪੰਜਾਬ ਦੇ ਪਾਣੀਆਂ ਵਿੱਚੋਂ ਮੈਨੂੰ ਉਹਨਾਂ ਗੁਰੂਆਂ ਪੀਰਾਂ ਦਾ ਆਸ਼ੀਰਵਾਦ ਮਿਲੇਗਾ ਤੇ ਉਹਦੇ ਨਾਲ ਮੇਰੀ ਅਣਖ ਹੋਰ ਵੀ ਸਿਰ ਕੱਢ ਕੇ ਤੁਰੂਗੀ। ਪਰ ਤੁਸੀਂ ਇਦਾਂ ਕਰ ਵੀ ਨਹੀਂ ਸਕਦੇ। ਮੈਨੂੰ ਦਰਿਆ ਵਿੱਚ ਸੁੱਟਣਾ ਤੁਹਾਡੇ ਹੱਥ ਵਸ ਨਹੀਂ ਹੈ ਸਾਹਿਬ ਜੀ, ਕਿਉਂਕਿ ਮੇਰੀ ਮੌਤ ਕਿਸੇ ਰਾਖਸ਼ ਦੇ ਹੱਥੋਂ ਨਹੀਂ ਲਿਖੀ।